ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੋ ਪੰਜਾਬ ਵਿੱਚ ਖਲਾਅ ਪੈਦਾ ਹੋਇਆ ਜਾਂ ਜਿਸ ਪਾਸੇ ਨੂੰ ਗੱਲ ਤੁਰੀ ਆ ਸ਼ੂਟਰਾਂ ਵਾਲੇ ਪਾਸੇ ਨੂੰ ਜਾਂ ਗੈਂਗਸਟਰਾਂ ਵਾਲੇ ਪਾਸੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਉੱਤੇ ਪਹਿਲਾਂ ਤਾਂ ਇਹ ਇਲਜ਼ਾਮ ਲੱਗਦਾ ਰਿਹਾ। ਉਹਨਾਂ ਨੇ ਬੜੇ ਸਿੱਧੇ ਸਪਸ਼ਟ ਵਿੱਚ ਕਹਿ ਦਿੱਤਾ ਕਿ ਉਹ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸੁਖ ਬਲਾਸ ਹੋਟਲ ਆ ਉਹਦੀ ਫਾਈਲ ਕਿ ਉਹ ਸੰਗਰੂਰ ਡਰਦੇ ਨਹੀਂ ਵੜਦੇ ਕਿ ਲੋਕਾਂ ਦਾ ਵਿਰੋਧ ਹੋਣਾ। ਚੋਣਾਂ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉਹ 3 ਦਿਨ ਪਹਿਲਾਂ ਸੰਗਰੂਰ ਗਏ ਆ। ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਗਜ਼ ਉਹ ਖੁੱਲ ਜਾਣ, ਉਹਨਾਂ ਦੇ ਜੇਲ੍ਹ ਜਾਣ ਦਾ ਡਰ ਬਣ ਜਾਵੇ। ਦਾ ਖਾਲਸ ਟੀਵੀ ਨੂੰ ਤਹਿ ਦਿਲੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਵਿੱਚ ਤੁਹਾਡਾ ਸਵਾਗਤ। ਜੀ ਆਇਆਂ ਨੂੰ ਵੈਲਕਮ, ਸਲਾਮ ਅਲੈਕਮ। ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ। ਕਈ ਗੱਲਾਂ ਮਨੁੱਖ ਦੇ ਚੇਤੇ 'ਚ ਨਹੀਂ ਹੁੰਦੀਆਂ, ਪਰ ਉਹ ਕੁਝ ਅਚੇਤ ਵਿੱਚ ਕਹਿ ਜਾਂਦਾ। ਕਈ ਵਾਰੀ ਗੀਤਕਾਰਾਂ ਦੇ ਦਿਲਾਂ ਵਿੱਚ ਵੀ ਗੱਲ ਨਹੀਂ ਹੁੰਦੀ, ਪਰ ਕਲਮ 'ਚੋਂ ਕਰ ਜਾਂਦੀ ਆ। ਬੜਾ ਕੁਝ ਅਜਿਹਾ ਵਾਪਰਦਾ। ਤੁਹਾਡੇ ਚੇਤਿਆਂ 'ਚ ਹੋਣਾ ਕਿ ਜਦੋਂ ਪੰਜਾਬ ਦੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਸੀਗੀ, ਤਦ ਉਹਨਾਂ ਦੀ ਜਿਹੜੀ ਨਵੀਂ ਆਉਣ ਵਾਲੀ ਕੈਸਟ ਆ ਉਹਦੇ ਵਿੱਚੋਂ ਬੜਾ ਹੀ 1-2-4 ਲਾਈਨਾਂ ਲੋਕਾਂ ਦੀਆਂ ਜ਼ੁਬਾਨ 'ਤੇ ਸੀਗੀਆਂ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਚੋਬਰਾਂ ਦੇ ਚਿਹਰੇ ਦਾ ਨੂਰ ਦੱਸਦਾ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾ ਵੱਲੀਏ। ਸੋ ਉਹ ਲਾਈਨਾਂ ਉਸ ਵੇਲੇ ਜੋੜੀਆਂ ਗਈਆਂ ਕਿ ਉਹਨੂੰ ਆਪਣੀ ਮੌਤ ਦਾ ਹੋਣੀ ਦਾ ਪਹਿਲੇ ਪਤਾ ਲੱਗ ਗਿਆ ਸੀ। ਹੁਣ ਇੱਕ ਨਵੀਆਂ ਲਾਈਨਾਂ ਜਿਹੜੀਆਂ ਉਹ ਲੋਕ ਗੁਣਗੁਣਾਉਣ ਲੱਗੇ ਆ, ਜਿਹਦੇ ਵਿੱਚ ਕਿਹਾ ਗਿਆ ਇਹ ਕਿ ਜੱਟ ਦਾ ਸਿਵਾ ਬੜੂ ਟਾਹਲੀ ਵਾਲੇ ਖੇਤ ਮਿੱਠੀਏ। 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਹੁੰਦੀ ਆ। 31 ਮਈ ਨੂੰ ਸੰਸਕਾਰ ਕਰਨਾ ਸੀ। 30 ਨੂੰ ਜਦੋਂ ਉਹਦਾ ਸੰਸਕਾਰ ਕਰਨ ਦੀ ਯੋਜਨਾ ਦੀ ਗੱਲ ਤੁਰੀ, ਤਦ ਕਈ ਰਿਸ਼ਤੇਦਾਰਾਂ ਨੇ ਕਹਿ ਦਿੱਤਾ ਕਿ ਟਾਹਲੀ ਵਾਲੇ ਖੇਤ ਵਿੱਚ ਉਹਦਾ ਸੰਸਕਾਰ ਕੀਤਾ ਜਾਵੇ, ਕਿਉਂਕਿ ਉਹਨੇ ਆਪਣੀ ਜਿਹੜੀ ਨਵੀਂ ਆ ਰਹੀ ਰੀਲ ਆ ਉਹਦੇ ਵਿੱਚ ਕਿਹਾ ਸੀ ਜੱਟ ਦਾ ਸਿਵਾ ਬੜੂ ਟਾਹਲੀ ਵਾਲੇ ਖੇਤ ਮਿੱਠੀਏ। ਸੋ ਕਈ ਗੱਲਾਂ ਆਪਾਂ ਜੋ ਚੇਤੇ ਕਰ ਲਈਏ ਪਿਛਲੇ ਜ਼ਮਾਨੇ ਦੀਆਂ ਗੱਲਾਂ, ਤਦ ਜਦੋਂ ਬਿੰਦਰਖੀਆ ਆਪਣੇ ਆਖਰੀ ਦਿਨਾਂ ਸੀਗਾ, ਤਦ ਵੀ ਉਹਨੇ 1-2 ਦਿਨ ਪਹਿਲਾਂ ਜਿਹੜਾ ਗੀਤ ਗਾਇਆ ਸੀਗਾ ਕਿ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ। ਹੋਰ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਸਮਾਜ ਵਿੱਚ, ਪਰਿਵਾਰ ਵਿੱਚ, ਕਿ ਕਈ ਵਾਰੀ ਕਿਹਾ ਜਾਂਦਾ ਕਿ ਬੰਦੇ ਨੂੰ ਗਿਆਨ ਹੋ ਗਿਆ ਸੀ ਜਾਂ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦੇ ਨਾਲ ਕੁਝ ਹੋਣ ਵਾਲਾ ਆ। ਅਸੀਂ ਭਰਮਾਂ ਵਹਿਮਾਂ 'ਚ ਨਾ ਪੈਂਦੇ ਹੋਏ ਗੱਲ ਅੱਗੇ ਵਧਾਉਂਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੋ ਪੰਜਾਬ ਵਿੱਚ ਖਲਾਅ ਪੈਦਾ ਹੋਇਆ ਜਾਂ ਜਿਸ ਪਾਸੇ ਨੂੰ ਗੱਲ ਤੁਰੀ ਆ ਸ਼ੂਟਰਾਂ ਵਾਲੇ ਪਾਸੇ ਨੂੰ ਜਾਂ ਗੈਂਗਸਟਰਾਂ ਵਾਲੇ ਪਾਸੇ ਨੂੰ, ਇਹ ਸਾਰਾ ਕੁਝ ਬੜਾ ਦੁਖਦਾਈ ਆ। ਤੇ ਅਸੀਂ ਸਿਰਫ ਅੱਜ ਦੀ ਜਿਹੜੀ ਇਹ ਸਿੱਧੂ ਮੂਸੇ ਵਾਲੀ ਗੱਲ ਆ ਇੱਥੇ ਕਹਿ ਕੇ ਮੁਕਾਉਂਦੇ ਆ ਕਿ ਰੱਬ ਸੁੱਖ ਰੱਖੇ, ਪੰਜਾਬ ਨੂੰ ਨਜ਼ਰ ਨਾ ਲੱਗੇ। ਅਸੀਂ ਲੋਕ ਜਿਨ੍ਹਾਂ ਨੇ ਇੱਕ ਪਹਿਲਾਂ ਬੜਾ ਵੱਡਾ ਦੁੱਖ ਹੰਢਾਇਆ ਹੋਇਆ, ਜਾਂ ਸਭ ਤੋਂ ਪੁਰਾਣੀ ਪੀੜ੍ਹੀ ਜਿਨ੍ਹਾਂ ਨੇ ਆਜ਼ਾਦੀ ਦੀ ਵੰਡ ਦਾ ਜਿਹੜਾ ਪੀੜ ਆ ਉਹ ਆਪਣੇ ਪਿੰਡੇ ਤੇ ਸਹੀ ਹੋਈ ਆ, ਉਹ ਤਰਾ ਕਰਦੇ ਆ ਕਿ ਜਿਹੜੇ ਦਿਨ ਆ ਇਹ ਕਿਸ ਤਰ੍ਹਾਂ ਦੇ ਆ ਗਏ, ਜਾਂ ਇਹ ਕਹਿ ਲਈਏ ਕਿ ਉਹਨਾਂ ਨੂੰ ਜੋ ਅਮਨ ਕਾਨੂੰਨ ਦੀ ਚਿੰਤਾ ਵਿਖਰੀ ਹੋਈ ਹੈ, ਇਹ ਦੇਖ ਕੇ ਬੜਾ ਜਿਹੜਾ ਅੰਦਰੋਂ ਸਹਿਮੇ ਹੋਏ ਆ, ਡਰ ਲੱਗਦਾ। ਹੁਣ ਅਸੀਂ ਗੱਲ ਕਰਦੇ ਹਾਂ ਸੰਗਰੂਰ ਵਿਧਾਨ ਸਭਾ ਚੋਣਾਂ ਨਾਲ ਜੁੜੀ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਉੱਤੇ ਪਹਿਲਾਂ ਤਾਂ ਇਹ ਇਲਜ਼ਾਮ ਲੱਗਦਾ ਰਿਹਾ ਕਿ ਉਹ ਸੰਗਰੂਰ ਡਰਦੇ ਨਹੀਂ ਵੜਦੇ ਕਿ ਲੋਕਾਂ ਦਾ ਵਿਰੋਧ ਹੋਣਾ। ਚੋਣਾਂ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉਹ 3 ਦਿਨ ਪਹਿਲਾਂ ਸੰਗਰੂਰ ਗਏ ਆ। ਉਹਨਾਂ ਨੇ ਕਈ ਰੈਲੀਆਂ ਸੰਬੋਧਨ ਕੀਤੀਆਂ, ਬੜੀਆਂ ਖਬਰਾਂ ਆਈਆਂ ਕਿ ਉਹਨਾਂ ਦਾ ਵਿਰੋਧ ਵੀ ਹੋਇਆ। ਜਿਹੜੇ ਉੱਥੇ ਬੈਠੇ ਆ ਕੱਚੇ ਪੱਕੇ ਮੁਲਾਜ਼ਮ ਉਹ ਮੁਖਾਲਫਤ ਕਰਦੇ ਰਹੇ, ਪਰ ਜਿਹੜੀ ਉਹਨਾਂ ਦੀ 2 ਦਿਨ ਪਹਿਲਾਂ ਕੱਲ ਜਿਹੜੀ ਉਹਨਾਂ ਨੇ ਇੱਕ ਵੀਡੀਓ ਜਾਂ ਆਪਾਂ ਕਹਿ ਲਈਏ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ, ਜੋ ਉਹ ਰੈਲੀ ਵਿੱਚ ਬੋਲੇ ਆ ਉਹ ਚਰਚਾ ਵਿੱਚ ਆ। ਉਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ। ਉਹਨਾਂ ਨੇ ਬੜੇ ਸਿੱਧੇ ਸਪਸ਼ਟ ਵਿੱਚ ਕਹਿ ਦਿੱਤਾ ਕਿ ਉਹ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸੁਖ ਬਲਾਸ ਹੋਟਲ ਆ ਉਹਦੀ ਫਾਈਲ ਖੋਲ ਰਹੇ ਆ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਭਰੀ ਰੈਲੀ ਵਿੱਚ ਕਿ ਸੁਖ ਬਿਲਾਸ ਹੋਟਲ ਜਿਹੜਾ ਨਿਊ ਚੰਡੀਗੜ੍ਹ ਵਿੱਚ ਉਸਾਰਿਆ ਗਿਆ ਸੀਗਾ, ਉਹ ਜੰਗਲ ਦੀ ਜ਼ਮੀਨ 'ਤੇ ਉਸਾਰਿਆ ਗਿਆ, ਤੇ ਜੰਗਲ ਦੀ ਜ਼ਮੀਨ ਕੱਟ ਕੇ ਉੱਤੇ ਕੁਝ ਵੀ ਉਸਾਰੀ ਕਰਨਾ ਗੈਰ ਕਾਨੂੰਨੀ ਆ। ਦੂਜੇ ਬੰਨੇ ਉਹਨਾਂ ਨੇ ਆਪ ਹੀ ਨਾਲ ਕਹਿ ਦਿੱਤਾ ਕਿ ਇਸ ਹੋਟਲ ਦੀ ਉਸਾਰੀ ਲਈ ਪੰਜਾਬ ਦੀ ਮੰਤਰੀ ਮੰਡਲ ਦੀ ਇੱਕ ਮੀਟਿੰਗ ਸੱਦੀ ਗਈ। ਪੰਜਾਬ ਮੰਤਰੀ ਮੰਡਲ ਨੇ ਇਹ ਪਾਸ ਕੀਤਾ ਕਿ ਜੰਗਲਾਤ ਦੀ ਜ਼ਮੀਨ ਉੱਤੇ, ਇਸ ਜ਼ਮੀਨ ਉੱਤੇ ਉਸਾਰੀ ਹੋ ਸਕਦੀ ਆ।
ਤੇ ਜਦੋਂ ਉਸ ਹੋਟਲ ਦੀ ਉਸਾਰੀ ਜਿਹੜੀ ਆ ਉਹ ਮੁਕੰਮਲ ਹੋ ਗਈ, ਤਦ ਫਿਰ ਕੈਬਨਿਟ ਨੇ ਇਹ ਕਰਤਾ ਕਿ ਹੁਣ ਤੋਂ ਬਾਅਦ ਇੱਥੇ ਕੋਈ ਜਿਹੜੀ ਉਸਾਰੀ ਆ ਉਹ ਨਹੀਂ ਹੋਊਗੀ। ਭਗਵੰਤ ਸਿੰਘ ਮਾਨ ਦੀ ਸਪੀਚ ਜਿਹੜੀ ਆ ਇਹਦੇ ਨਾਲ ਇਹ ਤਾਂ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਗਜ਼ ਉਹ ਖੁੱਲ੍ਹ ਜਾਣ, ਉਹਨਾਂ ਦੇ ਜੇਲ੍ਹ ਜਾਣ ਦਾ ਡਰ ਬਣ ਜਾਵੇ, ਉਹਨਾਂ ਨੂੰ ਪੁਲਿਸ ਫੜ ਲਵੇ। ਪਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੇ ਇਹ ਚੈਲੰਜ ਵੀ ਕਰਤਾ ਕਿ ਜੇ ਉਹਨਾਂ ਨੂੰ ਭਗਵੰਤ ਸਿੰਘ ਮਾਨ ਨੂੰ ਕੁਝ ਲੱਭਦਾ ਤਾਂ ਲੱਭ ਲਵੇ। ਸਾਡੇ ਸਵਾਲ ਇਸ ਚਰਚਾ ਤੋਂ ਜਾਂ ਜਿਹੜੇ ਦੋਨੇ ਸਵਾਲ ਜਵਾਬ ਆ ਇਹ ਤੋਂ ਵੱਖਰੇ ਆ। ਇੱਕ ਤਾਂ ਇਹ ਕਿ ਜਦੋਂ ਪੰਜਾਬ ਕੈਬਨਿਟ ਬਾਦਲਾਂ ਨੇ ਸੱਦੀ ਸੀ ਸਿਰਫ ਇਸੇ ਕੰਮ ਲਈ, ਤੇ ਬਾਦਲਾਂ ਨੇ ਦੁਬਾਰਾ ਕੈਬਨਿਟ ਸੱਦੀ ਸੀ ਉਹ ਵੀ ਇਸੇ ਕੰਮ ਨੂੰ ਕਿ ਬੰਦ ਕਰਨ ਲਈ, ਕੀ ਉਹ ਲੋਕ ਵੀ ਲੱਭੇ ਜਾਣਗੇ ਜਿਹੜੇ ਇਸ ਸਮੇਂ ਦੌਰਾਨ ਦਾਲ ਆ ਗਏ, ਭਾਵ ਇਹ ਕਿ ਉਹਨਾਂ ਨੇ ਵੀ ਉੱਥੇ ਆਪਣੀ ਉਸਾਰੀ ਕਰਤੀ। ਇੱਕ ਤਾਂ ਇਹ, ਜਾਂ ਕਿ ਕੀ ਜਦੋਂ ਜਿਹੜੀ ਕੈਬਨਿਟ ਆ ਉਹਨੇ ਪਾਸ ਕੀਤਾ ਕਿ ਇਸ ਥਾਂ ਤੇ ਉਸਾਰੀ ਹੋ ਸਕਦੀ ਹੈ ਜੰਗਲ ਵਾਲੀ ਥਾਂ ਤੇ, ਕੀ ਸਾਰੀ ਦੀ ਸਾਰੀ ਜਿਹੜੀ ਕੈਬਨਿਟ ਆ ਉਹ ਕਟਹਿਰੇ 'ਚ ਖੜੀ ਕੀਤੀ ਜਾਊਗੀ। ਉਸ ਤੋਂ ਵੀ ਅੱਗੇ ਜਾ ਕੇ ਇਹ ਕਿ ਕੀ ਉਹ ਸਾਰੇ ਅਫਸਰ ਵੀ ਟੰਗੇ ਜਾਣਗੇ ਜਾਂ ਮੁਲਾਜ਼ਮ ਜਿਹੜੇ ਆ ਉਹ ਖੜੇ ਕੀਤੇ ਜਾਣਗੇ, ਅਫਸਰ ਜਿਨ੍ਹਾਂ ਨੇ ਇਸ ਫਾਈਲ ਤੇ ਸਹੀ ਪਾਈ ਆ। ਕਿਉਂਕਿ ਕੈਬਨਿਟ ਦੀ ਮੀਟਿੰਗ ਜਦੋਂ ਹੁੰਦੀ ਆ, ਜਿਹੜੀ ਕੋਈ ਮੱਦ ਪੇਸ਼ ਕਰਨੀ ਹੁੰਦੀ ਆ, ਉਹਦੀ ਜਿਹੜੀ ਮੱਦ ਆ ਉਸ ਵਿਭਾਗ ਵੱਲੋਂ ਤੁਰਦੀ ਆ, ਫਿਰ ਉਹ ਉੱਤੇ ਜਿਹੜੀ ਆ ਕਾਨੂੰਨੀ ਰਾਏ ਲਈ ਜਾਂਦੀ ਆ, ਫਿਰ ਚੀਫ ਸੈਕਟਰੀ ਨਜ਼ਰ ਮਾਰਦਾ ਤੇ ਅੰਤਿਮ ਪ੍ਰਵਾਨਗੀ ਜਿਹੜੀ ਆ ਉਹ ਸੀਐਮ ਦੀ ਹੁੰਦੀ ਆ। ਇਹਦਾ ਮਤਲਬ ਇਹ ਹੋਇਆ ਕਿ ਫਾਈਲ ਤੁਰਨ ਤੋਂ ਲੈ ਕੇ ਅਫਸਰ ਤੋਂ ਸੀਐਮ ਤੱਕ ਸਾਰੇ ਹੀ ਫਿਰ ਜੇ ਦੋਸ਼ੀ ਹੋਏ ਤਾਂ ਦੋਸ਼ੀ ਹੋਣਗੇ। ਪਰ ਇੱਥੇ ਮੈਂ ਇਹ ਕਹਿਦਾ ਕਿ ਅਫਸਰ ਤਾਂ ਵਿਚਾਰੇ ਕਈ ਵਾਰੀ ਮਜਬੂਰੀ 'ਚ ਫਸੇ ਹੁੰਦੇ ਆ, ਕਈਆਂ ਨੇ ਆਪਣੇ ਕੋਈ ਲਾਭ ਲੈਣੇ ਹੁੰਦੇ ਆ। ਵੈਸੇ ਅਫਸਰਾਂ ਬਾਰੇ ਗੱਲ ਇਹ ਵੀ ਕਹੀ ਜਾਂਦੀ ਆ ਕਿ ਜੇ ਅਫਸਰਾਂ ਨੂੰ ਕੋਈ ਕੋਡੇ ਹੋਣ ਨੂੰ ਕਹੇ ਤਾਂ ਉਹ ਤਾਂ ਲੰਮੇ ਪੈ ਜਾਂਦੇ ਆ। ਇਹ ਗੱਲ ਮੁਆਫੀ ਨਾਲ ਅਸੀਂ ਸਾਰੇ ਅਫਸਰਾਂ ਤੇ ਨਹੀਂ ਕਹਿੰਦੇ, ਪਰ ਅਜਿਹਾ ਕੁਝ ਵਾਪਰਦਾ ਰਿਹਾ ਕਿਉਂਕਿ ਜਿਹੜੇ ਅਫਸਰ ਆ ਉਹ ਸਰਕਾਰਾਂ ਦੀ ਉਂਗਲੀ ਤੇ ਨੱਚਦੇ ਰਹੇ ਆ। ਇਸ ਵੇਲੇ ਭਗਵੰਤ ਸਿੰਘ ਮਾਨ ਹੋਣੀ ਸੰਗਰੂਰ ਬੈਠੇ ਆ ਤਾਂ ਕੁਝ ਸੁੱਖ ਦਾ ਸਾਹ ਆਇਆ ਅਫਸਰਾਂ ਨੂੰ ਕਿ ਉਹ ਜਿਹੜਾ ਆਪਣੀ ਰਾਤ ਦੀ ਜਾਂ ਦਿਨ ਦੀ ਨੀਂਦ ਚੈਨ ਜਿਹੜੀ ਆ ਉਹ ਲੈ ਸਕਦੇ ਆ। ਹੁਣ ਜਿਹੜਾ ਤੋਂ ਅਗਲਾ ਸਵਾਲ ਖੜਾ ਹੁੰਦਾ, ਅਗਲਾ ਸਵਾਲ ਇਹ ਕਿ ਕੀ ਪਿਛਲੀ ਕੈਬਨਿਟ ਅਕਾਲੀ ਭਾਜਪਾ ਗਠਜੋੜ ਵੇਲੇ ਦੀ ਕੈਬਨਿਟ ਜਿਹਨੇ ਜੰਗਲ ਦੀ ਥਾਂ ਤੇ ਉਸਾਰੀ ਕਰਨ ਦੀ ਮਨਜ਼ੂਰੀ ਦਿੱਤੀ ਸੀ ਜਾਂ ਉਸ ਥਾਂ ਤੇ ਬਾਅਦ ਵਿੱਚ ਮਨਜ਼ੂਰੀ ਬੰਦ ਕਰ ਦਿੱਤੀ ਸੀ, ਕੀ ਜਿਹੜੀ ਹੁਣ ਦੀ ਕੈਬਨਿਟ ਆ ਉਸ ਫੈਸਲੇ ਤੇ ਲੀਕ ਮਾਰ ਸਕਦੀ ਆ। ਜੇ ਅਸੀਂ ਪੁਰਾਣੇ ਇਤਿਹਾਸ ਤੇ ਝਾਤ ਮਾਰ ਲਈਏ ਤਾਂ ਕੈਬਨਿਟ ਕੋਲੇ ਅਧਿਕਾਰ ਹੁੰਦਾ ਆ ਕਿ ਕਈ ਸਾਰੇ ਜਿਹੜੇ ਪੁਰਾਣੇ ਫੈਸਲੇ ਲਏ ਆ ਉਹਨਾਂ ਫੈਸਲਿਆਂ ਤੇ ਲੀਕ ਮਾਰ ਦੇਵੇ। ਕਈ ਸਰਕਾਰਾਂ ਜਿਹੜੇ ਆਪਣੇ ਫੈਸਲੇ ਹੁੰਦੀਆਂ ਉਹਨਾਂ ਉੱਤੇ ਵੀ ਕੈਬਨਿਟ ਪਹਿਲਾਂ ਫੈਸਲੇ ਲੈ ਲੈਂਦੀਆਂ ਫਿਰ ਲੀਕ ਮਾਰ ਦਿੰਦੀਆਂ। ਤੇ ਮੈਨੂੰ ਇੰਝ ਲੱਗਦਾ ਕਿ ਭਗਵੰਤ ਮਾਨ ਕੋਲੇ ਇੱਕ ਹੋਰ ਵੱਡਾ ਜਿਹੜਾ ਦਾਅ ਵੀ ਪਿਆ ਆ ਕਿ ਜੇ ਮਸਲਾ ਕੈਬਨਿਟ ਵਿੱਚ ਹੱਲ ਨਹੀਂ ਹੁੰਦਾ ਤਦ ਉਹ ਪੰਜਾਬ ਵਿਧਾਨ ਸਭਾ ਵਿੱਚ ਵੀ ਲਿਜਾ ਸਕਦਾ। ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲੇ ਬਹੁਮਤ ਆ, ਆਮ ਆਦਮੀ ਪਾਰਟੀ ਕੋਲੇ 92 ਵਿਧਾਇਕ ਆ। ਇੱਕ ਗੱਲ ਜਿਹੜੀ ਇੱਥੇ ਹੋਰ ਕਰਨੀ ਬਣਦੀ ਆ ਇਹ ਕਿ ਕੀ ਜਿਹੜੀ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਆ ਉਹ ਸਾਰੀ ਜਿਹੜੀ ਆ ਸਫਲਤਾ ਨਾਲ ਚੱਲ ਰਹੀ ਆ ਜਾਂ ਕਿੰਤੂ ਪਰੰਤੂ ਹੋ ਰਹੇ ਜਾਂ ਕਾਹਲ ਆ। ਪਰ ਇੱਥੇ ਗੱਲ ਜਿਹੜੀ ਹੋਰ ਕਰਨੀ ਬਣਦੀ ਆ ਉਹ ਇਹ ਕਿ ਭਗਵੰਤ ਸਿੰਘ ਮਾਨ ਨੇ ਇਹ ਕਿਹਾ ਸੀਗਾ ਕਿ ਜਦੋਂ ਸਰਕਾਰ ਬਣਨ ਤੋਂ ਮੈਂ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਸਰਕਾਰੀ ਖਜ਼ਾਨਾ ਭਰ ਲਵਾਂਗੇ, ਤਦ ਵਿਰੋਧੀ ਪਾਰਟੀਆਂ ਦੇ ਸਵਾਲ ਹੁੰਦੇ ਸੀਗੇ ਕਿ ਸਰਕਾਰੀ ਖਜ਼ਾਨਾ ਕਿੱਥੋਂ ਭਰਨਾ। ਤੇ ਅੱਜ ਉਹਨਾਂ ਨੇ ਕਿਹਾ ਕਿ ਮੈਂ ਅੱਜ ਇਹ ਭੇਤ ਖੋਲਦਾ ਕਿ ਸਰਕਾਰੀ ਖਜ਼ਾਨਾ ਉਹਨਾਂ ਦੀ ਜੇਬਾਂ 'ਚੋਂ ਭਰਨਾ ਜਿਨ੍ਹਾਂ ਨੇ ਪੰਜਾਬ ਲੁੱਟਿਆ। ਵੈਸੇ ਜੇ ਅਸੀਂ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਦੀ ਤਾਂ ਸਾਨੂੰ ਗੱਲ ਕਰਨੀ ਪਊਗੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਸੀਸਵਾਂ ਵਾਲੇ ਮਹਿਲ ਦੀ, ਕਿਉਂਕਿ ਜਿਹੜਾ ਸੀਸਵਾਂ ਵਾਲਾ ਮਹਿਲ ਆ ਉਹ ਵੀ ਜੰਗਲ ਕੱਟ ਕੇ ਉਸਾਰਿਆ ਗਿਆ। ਸੋ ਕੀ ਸੁੱਖ ਵਿਲਾਸ ਦੇ ਨਾਲ ਸੀਸਵਾਂ ਵਾਲੇ ਮਹਿਲ ਦੀ ਫਾਈਲ ਵੀ ਖੁੱਲੂਗੀ, ਇਹਦੇ ਵੱਲ ਉਹਨਾਂ ਨੇ ਇਸ਼ਾਰਾ ਤਾਂ ਨਹੀਂ ਕੀਤਾ। ਪਰ ਇੱਕ ਗੱਲ ਪੱਕੀ ਆ ਕਿ ਜਦੋਂ ਜਿਹੜੀ ਪਰਮਿਸ਼ਨ ਮਿਲੀ ਸੀ ਜੰਗਲ ਕੱਟ ਕੇ ਸੁੱਖ ਵਿਲਾਸ ਬਣਾਉਣ ਦੀ ਤੇ ਮੁੜ ਕੇ ਇਹ ਜਿਹੜਾ ਲਾਭ ਆ ਇਹ ਬੰਦ ਕਰਨ ਦੀ, ਕੁਦਰਤੀ ਆ ਉਸ ਸਮੇਂ ਦੌਰਾਨ ਬੜੇ ਸਾਰੇ ਲੋਕ ਉਹ ਫਾਇਦਾ ਲੈ ਗਏ ਹੋਣਗੇ ਜਿਨ੍ਹਾਂ ਨੂੰ ਪਤਾ ਸੀ ਕਿ ਇਹ ਸਾਰਾ ਰਸਤਾ ਜਿਹੜਾ ਆ ਖੁੱਲਿਆ ਹੋਇਆ। ਉਹਦੇ ਵਿੱਚ ਹੁਣ ਕੌਣ ਕੌਣ ਰਗੜਿਆ ਜਾਂਦਾ, ਕੌਣ ਸਾਹਮਣੇ ਆਉਂਦਾ, ਇਹ ਤਾਂ ਸਮੇਂ ਦੱਸੂਗਾ। ਕਰ ਭਗਵੰਤ ਸਿੰਘ ਮਾਨ ਹੁਣੀ ਜਿੰਨੇ ਕੁ ਦ੍ਰਿੜ ਲੱਗਦੇ ਆ ਕਿ ਉਹ ਜਿਹੜਾ ਆਪਣਾ ਇਹ ਕੰਮ ਆ ਜਿਹੜਾ ਸ਼ੁਰੂ ਕੀਤਾ ਉਹ ਹੱਥ ਪਾਉਣਗੇ। ਤੇ ਨਾਲ ਦੀ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਚਾਹੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 3 ਮਹੀਨੇ ਹੋਏ ਆ, ਕਈ ਤਰ੍ਹਾਂ ਦੀ ਨੁਕਤਾਚੀਨੀ ਹੋ ਰਹੀ ਆ, ਪਰ ਉਹ ਜਿਹੜਾ ਇੱਕ ਭ੍ਰਿਸ਼ਟਾਚਾਰ ਖਿਲਾਫ ਜਿਹੜੀ ਇੱਕ ਮੁਹਿੰਮ ਆ ਉਹਨੂੰ ਕੰਡਾ ਜ਼ਰੂਰ ਲਾਉਣਾ ਚਾਹੁੰਦੇ ਆ। ਉਹਨਾਂ ਨੇ ਪਿਛਲੇ ਦਿਨੀ ਕਹਿ ਵੀ ਦਿੱਤਾ ਸੀਗਾ ਕਿ ਭਗਵੰਤ ਸਿੰਘ ਮਾਨ ਜੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 1 ਰੁਪਏ ਦਾ ਰਵਾਦਾਰ ਵੀ ਹੋਇਆ ਤਾਂ ਪੰਜਾਬੀਆਂ ਦੀ ਜੁੱਤੀਆਂ ਭਗਵੰਤ ਸਿੰਘ ਮਾਨ ਦਾ ਸਿਰ।
ਸੋ ਐਡੀ ਜ਼ਰੂਰਤ ਕਰਨ ਵਾਲਾ ਸ਼ਾਇਦ ਇਹ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਇਹ ਕਹਿੰਦਾ ਕਿ ਜੇ ਮੈਂ ਇੱਕ ਵੀ ਧੇਲਾ ਕਰਪਸ਼ਨ ਦਾ ਲੈ ਲਿਆ ਤਾਂ ਤੁਸੀਂ ਮੈਨੂੰ ਸੂਲੀ ਟੰਗ ਦਿਓ। ਗੱਲ ਇਸ ਤਰ੍ਹਾਂ ਦੀ ਆ ਜੁੱਤੀਆਂ ਵਾਲੀ। ਹੁਣ ਗੱਲ ਕਰ ਲਈ ਆਪਾਂ ਅਗਨੀਪਥ ਦੀ। ਅਗਨੀਪਥ ਅੱਗ ਦਾ ਰਾਹ ਸੱਚਮੁੱਚ ਬਣ ਗਿਆ। ਪੰਜਾਬ ਨੇ ਵਿੱਚ ਇਸ ਵੇਲੇ ਜਿਹੜੀ ਆ ਇਹਦਾ ਸੇਕ ਲੱਗਣ ਲੱਗਾ। ਪਹਿਲਾਂ ਇਹ ਸੇਕ ਜਿਹੜਾ ਆ ਪੂਰੇ ਭਾਰਤ ਦੇ ਹਿੱਸੇ ਨੂੰ ਲਪੇਟ ਲਿਆ ਸੀਗਾ। ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਹੁਣ ਤੱਕ ਦੀਆਂ ਖਬਰਾਂ ਅਨੁਸਾਰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ। ਪਰ ਇੱਥੇ ਇੱਕ ਜਿਹੜੀ ਗੱਲ ਕਰਨੀ ਬਣਦੀ ਆ ਇਹ ਕਿ ਭਾਰਤ ਸਰਕਾਰ ਅਜਿਹੇ ਫੈਸਲੇ ਲੈਂਦੀ ਕਿਉਂ ਆ ਜਿਹੜੇ ਫੈਸਲੇ ਲੋਕਾਂ ਨੂੰ ਪ੍ਰਵਾਨ ਨਹੀਂ। ਹੈਰਾਨੀ ਦੀ ਗੱਲ ਇਹ ਕਿ ਉਹ ਫੈਸਲੇ ਜਿਹੜੇ ਲੋਕਾਂ ਨੂੰ ਪ੍ਰਵਾਨ ਨਹੀਂ ਸਰਕਾਰਾਂ ਲੈਂਦੀਆਂ, ਔਰ ਮੋਰੋਂ ਤਰਕ ਇਹ ਹੁੰਦਾ ਕਿ ਸਾਡੇ ਫੈਸਲੇ ਲੋਕਾਂ ਨੂੰ ਸਮਝ ਨਹੀਂ ਲੱਗ ਸਕੇ। ਜੇ ਅਸੀਂ ਗੱਲ ਕਰ ਲਈਏ ਕਿਸਾਨ ਅੰਦੋਲਨ ਦੀ, ਤਾਂ ਜਦੋਂ ਕਿਸਾਨ ਅੰਦੋਲਨ ਦਿੱਲੀ ਦੀ ਬੂਹਾਂ ਤੇ ਪਹੁੰਚਿਆ ਸੀਗਾ ਤਦ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਉਹਨਾਂ ਦਾ ਜਿਹੜਾ ਸਾਰਾ ਲੁੰਗ ਲਾਣਾ ਆ ਉਹ ਇਹ ਕਹਿੰਦਾ ਰਿਹਾ ਕਿ ਕਿਸਾਨਾਂ ਨੇ ਬਿੱਲ ਪੜ੍ਹੇ ਨਹੀਂ ਹੈਗੇ। ਫਿਰ ਇਹ ਕਹਿੰਦੇ ਰਹੇ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਜਿਹੜੇ ਬਿੱਲ ਆ ਇਹ ਉਹਨਾਂ ਦੀ ਸਮਝ ਹੀ ਨਹੀਂ ਹੈ। ਤੇ ਕਈ ਵਾਰੀ ਜਦੋਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਉਹ ਕਿਸਾਨਾਂ ਦੀ ਗੱਲ ਮੰਨ ਕੇ ਵੀ ਬਾਹਰ ਆ ਕੇ ਕਹਿੰਦੇ ਸੀਗੇ ਕਿ ਕਿਸਾਨਾਂ ਨੂੰ ਗੱਲ ਦੱਸਣੀ ਨਹੀਂ ਆਈ। ਅਖਬਾਰਾਂ ਵਿੱਚ ਜਿਹੜੇ ਇਸ਼ਤਿਹਾਰ ਲੱਗਦੇ ਸੀਗੇ ਉਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਕਿਸਾਨਾਂ ਨੂੰ ਗੱਲ ਸਮਝ ਨਹੀਂ ਲੱਗੀ, ਕਿਸਾਨਾਂ ਲਈ ਆਹ ਫਾਇਦੇ ਆ। ਪਰ ਜਦੋਂ ਮੀਟਿੰਗਾਂ ਆ ਉਹਨਾਂ ਵਿੱਚ ਦੱਬ ਵੀ ਜਮਾਨੇ ਉਹ ਮੰਨ ਵੀ ਜਾਂਦੇ ਸੀਗੇ। ਕਿਸਾਨਾਂ ਨੂੰ 13 ਮਹੀਨੇ ਲਗਾਤਾਰ ਇਹ ਕਹਿ ਕੇ ਲਟਕਾਇਆ ਗਿਆ ਕਿ ਤੁਹਾਨੂੰ ਜਿਹੜੀ ਆ ਉਹ ਸਮਝ ਹੀ ਨਹੀਂ ਲੱਗੀ ਕਿ ਖੇਤੀ ਕਾਨੂੰਨ ਹੈ ਕੀ ਆ, ਜਾਂ ਇਹ ਕਿ ਉਹਨਾਂ ਨੇ ਪੜ੍ਹੇ ਹੀ ਨਹੀਂ ਹੈ, ਜਾਂ ਇੱਕ ਹੋਰ ਧੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਧੜਾ ਇਹ ਕਹਿੰਦਾ ਸੀ ਆ ਕਿਸਾਨਾਂ ਦਾ ਕਿ ਜਿਹੜੇ ਖੇਤੀ ਕਾਨੂੰਨ ਆ ਇਹ ਸਾਡੇ ਹੱਕ ਵਿੱਚ ਆ। ਆਪਾਂ ਇਹ ਤੋਂ ਗੱਲ ਅੱਗੇ ਕਰ ਲਈਏ GST ਦੀ। GST ਨੂੰ ਲੈ ਕੇ ਵੀ ਬੜਾ ਰੌਲਾ ਪਿਆ। GST ਹੁਣ ਵੀ ਜਿਹੜਾ ਲੋਕਾਂ ਲਈ ਇੱਕ ਘਾਟੇ ਦਾ ਸੌਦਾ ਆ, ਤੇ ਸਰਕਾਰਾਂ ਹਲੇ ਤੱਕ ਵੀ ਕਹੀ ਜਾਂਦੀਆਂ ਕਿ ਜਿਹੜੀ GST ਆ ਜਿਹੜਾ ਲੋਕਾਂ ਨੂੰ ਸਮਝ ਨਹੀਂ ਲੱਗੀ। ਆਪਾਂ ਇਸ ਤੋਂ ਵੀ ਅੱਗੇ ਚੱਲ ਜਾਈਏ ਨੋਟਬੰਦੀ ਤੇ। ਨੋਟਬੰਦੀ ਨਾਲ ਦੇਸ਼ ਦਾ ਕੀ ਸੁੰਬਰਿਆ, ਕੀ ਗਵਾਰਿਆ, ਕਿਹੜਾ ਕੀ ਕੁਝ ਹੋਇਆ, ਇਹ ਸਾਰਾ ਸਾਹਮਣੇ ਆ। ਨੋਟਬੰਦੀ ਕਰਨ ਵੇਲੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਕਿਹਾ ਸੀ ਕਿ ਇਹਦੇ ਨਾਲ ਦੇਸ਼ ਵਿੱਚੋਂ ਅੱਤਵਾਦ ਖਤਮ ਹੋ ਜਾਊਗਾ, ਇਹਦੇ ਨਾਲੋਂ ਕਾਲਾ ਧਨ ਜਿਹੜਾ ਉਹ ਖਤਮ ਹੋ ਜਾਊਗਾ, ਇਹਦੇ ਨਾਲ ਜਿਹੜੀ ਇੱਕ ਹੈਗਾ ਲੋਕਾਂ ਦਾ ਜਿਹੜਾ ਪੈਸੇ ਦਾ ਜਿਹੜਾ ਫਲੋ ਐਡਾ ਬੜਾ ਉਹ ਰੁਕ ਜਾਊਗਾ, ਅੰਦਰ ਪਿਆ ਪੈਸਾ ਬਾਹਰ ਆ ਜਾਊਗਾ। ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਕਿੰਨਾ ਨੁਕਸਾਨ ਹੋਇਆ, ਕਿੰਨੇ ਲੋਕ ਖੱਜਲ ਖੁਆਰ ਹੋਏ, ਇਹ ਲੋਕ ਹੀ ਜਾਣਦੇ ਆ। ਗੱਲ ਆਪਾਂ ਥੋੜ੍ਹੀ ਮੋਟੀ ਕਰ ਲਈਏ ਜਿਹੜਾ ਹੈਗਾ ਕੋਵਿਡ ਆ, ਉਹਦੇ ਦੌਰਾਨ ਵੀ ਸਰਕਾਰ ਦੀ ਕੀ ਭੂਮਿਕਾ ਰਹੀ ਆ, ਸਰਕਾਰ ਨੇ ਤੀਜੀ ਲਹਿਰ ਵੇਲੇ ਕਿਹੜੇ ਗੁੱਲ ਖਿਲਾਏ ਆ, ਇਹ ਸਾਰਿਆਂ ਦੇ ਸਾਹਮਣੇ ਆ। ਫਿਰ ਜੇ ਗੱਲ ਬੁਲਡੋਜ਼ਰ ਦੀ ਕਰ ਲਈਏ ਕਿ ਬੁਲਡੋਜ਼ਰ ਜਾਂ ਧਾਰਾ 370 ਜਿੰਨੇ ਵੀ ਸਰਕਾਰ ਦੇ ਫੈਸਲੇ ਆ, ਚਾਹੇ ਸਰਕਾਰ ਉਹਨਾਂ ਫੈਸਲਿਆਂ ਤੇ ਵਾਪਸ ਮੁੜਦੀ ਰਹੀ ਆ, ਪਰ ਸ਼ੁਰੂਆਤ ਸਰਕਾਰ ਜ਼ਰੂਰ ਇਹ ਕਹਿੰਦੀ ਆ ਕਿ ਇਹ ਜਿਹੜੇ ਕਾਨੂੰਨ ਆ ਜਾਂ ਇਹ ਜਿਹੜਾ ਸਾਡਾ ਫੈਸਲਾ ਆ ਇਹ ਲੋਕਾਂ ਨੂੰ ਸਮਝ ਨਹੀਂ ਲੱਗਾ। ਪਰ ਕੱਲ ਭਾਰਤੀ ਫੌਜ ਜਾਂ ਸਰਕਾਰ ਨੇ ਕਹਿ ਦਿੱਤਾ ਕਿ ਅਗਨੀਪਥ ਜਿਹੜੀ ਸਕੀਮ ਆ ਇਹ ਲਾਗੂ ਹੋਊਗੀ। ਦੂਜੇ ਪਾਸੇ ਨੌਜਵਾਨ ਜਿਹੜੇ ਆ ਉਹ ਸਾਖ ਫੂੜਨ ਤੇ ਲੱਗੇ ਹੋਏ ਆ। ਅਸੀਂ ਇਸ ਗੱਲ ਨਾਲ ਅਸਹਿਮਤ ਹੁੰਦਿਆਂ ਹੋਇਆਂ ਕਿ ਜਿਹੜਾ ਅਗਨੀਪਥ ਯੋਜਨਾ ਇਹ ਗਲਤ ਆ, ਇਹ ਠੀਕ ਨਹੀਂ, ਇਹ ਨੌਜਵਾਨਾਂ ਨਾਲ ਖਿਲਵਾੜ ਆ। ਪਰ ਹੱਕ ਵਿੱਚ ਅਸੀਂ ਇਹ ਜਿਹੜੀ ਸਾੜ ਫੂਕ ਆ ਇਹਦੇ ਵਿੱਚ ਵੀ ਨਹੀਂ ਹੈਗੇ। ਨੌਜਵਾਨਾਂ ਦਾ ਰੋਸ ਜਾਇਜ਼ ਆ, ਕਿਉਂਕਿ ਕੇਂਦਰ ਦੀ ਸਰਕਾਰ ਨੇ ਪਹਿਲਾਂ ਇਹ ਕਿਹਾ ਸੀਗਾ ਕਿ 5 ਲੱਖ ਨੌਕਰੀਆਂ ਦਿਆ ਕਰਾਂਗੇ ਸਾਲ ਦੀਆਂ, 2 ਕਰੋੜ ਨੌਕਰੀਆਂ ਦਿਆ ਕਰਾਂਗੇ। ਹੁਣ ਜੇ ਗੱਲ 70 ਲੱਖ ਜਾਂ 10 ਲੱਖ ਨੌਕਰੀ ਦੀ ਗੱਲ ਕੱਢੀ ਆ ਤਾਂ ਉਹਦੇ ਵਿੱਚ ਭਾਰਤੀ ਫੌਜ ਨੂੰ ਠੇਕੇ ਤੇ ਦੇਣ ਦੀ ਗੱਲ ਕੀਤੀ ਗਈ ਆ। ਰੋਜ਼ ਨੌਜਵਾਨਾਂ ਦਾ ਠੀਕ ਆ, ਪਰ ਚੰਗੀ ਗੱਲ ਇਹ ਹੈ ਕਿ ਪ੍ਰਦਰਸ਼ਨ ਕਰਨ ਦੇ ਤਰੀਕੇ ਬੜੇ ਹੋਰ ਹੁੰਦੇ ਆ। ਜਿਹੜਾ ਹਿੰਸਕ ਹੈ ਜਾਂ ਅੱਗਜਨੀ ਆ ਇਹ ਬਿਲਕੁਲ ਠੀਕ ਨਹੀਂ, ਕਿਉਂਕਿ ਜੇ ਆਪਾਂ ਕਹਿ ਲਈਏ ਕਿ ਨੁਕਸਾਨ ਜਿਹੜਾ ਆ ਉਹ ਸਾਡਾ ਹੀ ਹੋ ਰਿਹਾ, ਸਾਡੇ ਦੇਸ਼ ਦਾ ਹੋ ਰਿਹਾ। ਸ਼ਨੀਵਾਰ ਸ਼ਾਮ ਤੱਕ ਜਿਹੜੀ ਰੇਲਵੇ ਦੀ ਰਿਪੋਰਟ ਸੀ ਉਹ ਇਹ ਸੀ ਕਿ 200 ਕਰੋੜ ਦਾ ਰੇਲਵੇ ਨੂੰ ਨੁਕਸਾਨ ਹੋ ਚੁੱਕਾ। ਵੈਸੇ ਮੈਂ ਕਹਿਦਾ ਕਿ ਜਦੋਂ ਐਡੇ ਐਡੇ ਵੱਡੇ ਅੰਦੋਲਨ ਹੁੰਦੇ ਆ ਤਾਂ ਇਹਨਾਂ ਵਿੱਚੋਂ ਹੀ ਵੱਡੇ ਨੇਤਾ ਪੈਦਾ ਹੁੰਦੇ ਆ, ਇਹਨਾਂ ਵਿੱਚੋਂ ਹੀ ਜਿਹੜੀਆਂ ਲਹਿਰਾਂ ਆ ਉਹ ਜਨਮ ਲੈਂਦੀਆਂ। ਤੇ ਮੈਨੂੰ ਇੰਝ ਲੱਗਦਾ ਕਿ ਜਿਹੜੀਆਂ ਲਹਿਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਚੱਲੀਆਂ, ਇਹ ਲਹਿਰਾਂ ਜ਼ਰੂਰ ਕਿਸੇ ਵੱਡੇ ਨੇਤਾ ਨੂੰ ਸਾਹਮਣੇ ਲਿਆਉਣਗੀਆਂ। ਇਹ ਲਹਿਰਾਂ ਜ਼ਰੂਰ ਇੱਕ ਸਾਹਮਣੇ ਬਣ ਕੇ ਖੜਨਗੀਆਂ ਜਿਹੜੇ ਮੁੱਖ ਮੋੜਨਗੇ ਨਰਿੰਦਰ ਮੋਦੀ ਦਾ। ਹੁਣ ਚਰਚਾ ਕਰ ਲੈਂਦੇ ਹਾਂ ਆਪਾਂ ਸੰਗਰੂਰ ਦੀ ਇਲੈਕਸ਼ਨ ਉੱਤੇ। ਸੰਗਰੂਰ ਦੀ ਇਲੈਕਸ਼ਨ ਦੀ ਤਸਵੀਰ ਜਿਹੜੀ ਆ ਉਹ ਪਿਛਲੀ ਵਾਰ ਨਾਲੋਂ ਬਦਲੀ ਹੋਈ ਆ। ਇਹ ਚਰਚਾ ਆਮ ਵੋਟਰਾਂ ਦੇ ਮੂੰਹ ਤੇ ਵੀ ਆ, ਇਹ ਚਰਚਾ ਲੀਡਰ ਮਹਿਸੂਸ ਵੀ ਕਰਦੇ ਆ, ਔਰ ਇਹ ਜਿਹੜੀ ਤਸਵੀਰ ਆ ਉਹ ਵੀ ਨਜ਼ਰ ਆ ਰਹੀ ਆ। ਪਰ ਜਦੋਂ ਤੋਂ ਇਹ ਲੱਗਣ ਲੱਗਾ ਕਿ ਆਮ ਆਦਮੀ ਪਾਰਟੀ ਉੱਥੇ ਸੰਕਟ ਵਿੱਚ ਆ। ਵੈਸੇ ਆਪਾਂ ਇਹ ਕਹਿ ਦਈਏ ਕਿ ਹਾਲ ਤੱਕ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਉੱਥੋਂ ਹਾਰ ਜਾਊਗੀ ਸ਼ਾਇਦ ਸੰਭਵ ਵੀ ਨਹੀਂ ਲੱਗਦਾ। ਇਹ ਕਹਿਣਾ
ਠੀਕ ਵੀ ਨਹੀਂ ਲੱਗਦਾ, ਪਰ ਆਮ ਆਦਮੀ ਪਾਰਟੀ ਨੂੰ ਹੱਥਾਂ ਪੈਰਾਂ ਦੀ ਜ਼ਰੂਰ ਪਈ ਹੋਈ ਆ। ਇਸੇ ਕਰਕੇ ਭਗਵੰਤ ਸਿੰਘ ਮਾਨ ਹੁਣ ਉੱਥੇ ਡੇਰੇ ਲਾ ਕੇ ਬਹਿ ਗਏ। ਪੂਰੀ ਕੈਬਨਿਟ ਜਿਹੜੀ ਆ ਉਹਨੇ ਸੰਗਰੂਰ ਵਿੱਚ ਡੇਰੇ ਲਾ ਲਏ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੀ ਇਸ ਵੇਲੇ ਪੂਰੀ ਅੱਡੀ ਚੁੱਟੀ 'ਤੇ ਜ਼ੋਰ ਲਾ ਰਹੀ ਆ ਕਿ ਦੂਜੇ ਨੰਬਰ ਤੇ ਘੱਟੋ ਘੱਟ ਆ ਜਾਵੇ, ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੰਜਾਬ ਵਿੱਚ ਆਪਣੇ ਪੈਰ ਲਾਉਣ ਦੇ ਜ਼ੋਰ ਵਿੱਚ ਆ। ਤੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਜੇ ਅਸੀਂ ਇਸ ਵਾਰੀ ਦੂਜੇ ਨੰਬਰ ਤੇ ਆ ਗਏ ਤਾਂ ਅਗਲੀ ਵਾਰੀ ਜਿਹੜਾ ਰਾਹ ਆ ਉਹ ਖੁੱਲ੍ਹ ਜਾਊਗਾ। ਪਰ ਇਹਦੇ ਉਲਟ ਆਮ ਆਦਮੀ ਪਾਰਟੀ ਲਈ ਸੰਕਟ ਇਹ ਖੜਾ ਹੋਇਆ ਕਿ ਜੇ ਇਸ ਵਾਰੀ ਮਾਰਜਨ ਘਟ ਗਿਆ ਜਾਂ ਬਹੁਤ ਥੋੜੇ ਫਰਕ ਨਾਲ ਹਾਰੀ ਤਾਂ ਇਹਦਾ ਮਤਲਬ ਇਹ ਆ ਕਿ ਹਰਿਆਣਾ, ਹਿਮਾਚਲ, ਗੁਜਰਾਤ ਵਿੱਚ ਜਿਹੜਾ ਆ ਉਹ ਸੁਨੇਹਾ ਗਲਤ ਜਾਊਗਾ ਕਿ ਆਮ ਆਦਮੀ ਪਾਰਟੀ ਜਿਹਦੇ ਉੱਤੇ 24 ਕਰੋੜ 30 ਕਰੋੜ ਰੁਪਇਆ ਖਰਚਾ ਕੀਤਾ ਗਿਆ ਸੀਗਾ ਇਸ਼ਤਿਹਾਰਾਂ ਲਈ, ਦੂਜੇ ਸੂਬੇ ਪ੍ਰਚਾਰ ਕਰਨ ਲਈ, ਕਿ ਜਿਹੜੀ ਉੱਥੇ ਲੋਕ ਬੜੇ ਖੁਸ਼ ਆ, ਤਾਂ ਇਹ ਸਾਹਮਣੇ ਤਸਵੀਰ ਸਾਫ਼ ਹੋ ਜਾਊਗੀ ਕਿ ਲੋਕ ਜਿਹੜੇ ਆ ਉਹ ਖੁਸ਼ ਨਹੀਂ ਹੈਗੇ। ਸ਼੍ਰੋਮਣੀ ਅਕਾਲੀ ਦਲ ਆਪਣੀ ਜਿਹੜੀ ਉੱਥੇ ਹੋਂਦ ਦੀ ਲੜਾਈ ਲੜ ਰਿਹਾ, ਪਰ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸਿਮਰਜੀਤ ਸਿੰਘ ਮਾਨ ਆ ਉਹਨਾਂ ਦਾ ਬੋਲਬਾਲਾ ਕਾਫੀ ਆ। ਤੇ ਵੈਸੇ ਤਾਂ ਕਿਹਾ ਜਾਂਦਾ ਕਿ ਉੱਥੇ ਦੋ ਮਾਨਾਂ ਵਿੱਚ ਭੇੜ ਆ, ਸਿਮਰਨਜੀਤ ਸਿੰਘ ਮਾਨ ਅਤੇ ਭਗਵੰਤ ਸਿੰਘ ਮਾਨ। ਕਾਂਗਰਸ ਜਿਹੜੀ ਆ ਉਹਦੇ ਜਿਹੜੇ ਉਮੀਦਵਾਰ ਗੋਲਡੀ ਆ, ਦਲਵੀਰ ਸਿੰਘ ਗੋਲਡੀ, ਉਹ ਆਪਣੇ ਪੱਧਰ ਤੇ ਜ਼ੋਰ ਲਾ ਰਹੇ ਆ। ਪਰ ਜਿਹੜੀ ਕਾਂਗਰਸ ਦੀ ਫੁੱਟ ਆ ਉਹ ਸਭ ਨੂੰ ਨਜ਼ਰ ਆ ਰਹੀ ਆ। ਪਰ ਨਾਲ ਇੱਥੇ ਮੈਂ ਵੀ ਕਹਿਦਾ ਕਿ ਜੇ ਇਸ ਵਾਰੀ ਕਾਂਗਰਸ ਦੂਜੇ ਥਾਂ ਤੇ ਨਾ ਆਈ, ਚੌਥੇ ਜਾਂ ਪੰਜਵੇਂ ਥਾਂ ਤੇ ਆਈ, ਤਦ ਕਾਂਗਰਸ ਲਈ ਆਪਣੀ ਜਿਹੜੀ ਜ਼ਮੀਨ ਖਿੰਡਰੀ ਹੋਈ ਆ ਉਹ ਇਕੱਠੀ ਕਰਨੀ ਮੁਸ਼ਕਿਲ ਹੋ ਜਾਣੀ ਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਾਸ਼ੀਏ ਤੋਂ ਬਾਹਰ ਚਲਾ ਗਿਆ, ਜੇ ਉਹ ਦੂਜੇ ਸਥਾਨ ਤੇ ਨਾ ਆਇਆ ਤਦ ਉਹਦੇ ਲਈ ਮੁੜ ਕੇ ਜਿਹੜਾ ਆ ਆਪਣੇ ਪੈਰਾਂ ਹੇਠ ਜ਼ਮੀਨ ਇਕੱਠੀ ਕਰਨੀ ਉਹ ਮੁਸ਼ਕਿਲ ਹੋ ਜਾਵੇਗੀ। ਸੋ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ ਉਹਨਾਂ ਤੇ ਇੰਨੀ ਹੀ ਚਰਚਾ। ਕੱਲ੍ਹ ਨੂੰ ਮਿਲਾਂਗੇ ਕੁਝ ਨਵੀਆਂ ਖਾਸ ਖਬਰਾਂ ਦੇ ਨਾਲ, ਕੱਲ੍ਹ ਨੂੰ ਕੁਝ ਛੂਹਾਂਗੇ ਨਵੇਂ ਵਿਸ਼ੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਵੈਤੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।